दोस्तों यशायाह नबी ने अपनी किताब 9 अध्याय उसकी 6 आयत ਵਿੱਚ घोषणा की सी कि ਸਾਡੇ ਲਈ ਤਾਂ ਇੱਕ ਬਾਲਕ ਜੰਮਿਆ ਅਤੇ ਸਾਨੂੰ ਇੱਕ ਪੁੱਤਰ ਬਖਸ਼ਿਆ ਗਿਆ। ਇਸ ਨਬੂਵਤ ਨੂੰ ਅਸੀਂ ਲੂਕਾ 2 ਅਧਿਆਇ ਉਸਦੀ 7 ਆਇਤ ਵਿੱਚ ਪੂਰਾ ਹੁੰਦੇ ਹੋਏ ਵੇਖਦੇ ਹਾਂ, ਜਦੋਂ ਮਰੀਮ ਨੇ ਆਪਣੇ ਪਹਿਲੌਠੇ ਪੁੱਤਰ ਨੂੰ ਜਨਮ ਦਿੱਤਾ। ਇਹ ਪੈਦਾ ਹੋਇਆ ਪੁੱਤਰ ਪਰਮੇਸ਼ਵਰ ਦਾ ਇਕਲੌਤਾ ਪੁੱਤਰ ਯਿਸੂ ਮਸੀਹ ਸੀ। ਪਿਆਰੇ ਪ੍ਰਭੂ ਯਿਸੂ ਦੇ ਧਰਤੀ ਉੱਤੇ ਪੈਦਾ ਹੋਣ ਦੇ ਕੁਝ ਮਕਸਦਾਂ ਵਿੱਚੋਂ ਇੱਕ ਉੱਤੇ ਮੈਂ ਅੱਜ ਗੱਲ ਕਰਨਾ ਚਾਹੁੰਦਾ ਹਾਂ। ਉਸ ਦਾ ਜਨਮ ਉਸਦੇ ਖੁਦ ਲਈ ਵੀ ਇੱਕ ਹਲੀਮਤਾ ਦਾ ਅਨੁਭਵ ਸੀ। ਜਨਮ ਤੋਂ ਬਾਅਦ ਬਾਈਬਲ ਦੱਸਦੀ ਹੈ ਕਿ ਉਹ ਖੁਰਲੀ ਵਿੱਚ ਰੱਖਿਆ ਗਿਆ। ਇੱਥੇ ਕੋਈ ਵੀ ਵੱਡੀ ਪਾਰਟੀ ਨਹੀਂ ਹੋਈ ਸੀ। ਮੈਂ ਯਕੀਨਨ ਸੋਚਦਾ ਹਾਂ ਕਿ ਜੇਕਰ ਉਹ ਰਾਜੇ ਦੇ ਘਰ ਵਿੱਚ ਪੈਦਾ ਹੁੰਦਾ ਤਾਂ ਰਾਜੇ ਨੇ ਇੱਕ ਵੱਡੀ ਪਾਰਟੀ ਦਿੱਤੀ ਹੋਣੀ ਸੀ ਅਤੇ ਬਹੁਤ ਸਾਰੇ ਲੋਕਾਂ ਨੇ ਉਸ ਨੂੰ ਵੱਡਾ ਆਦਰ ਦਿੱਤਾ ਹੋਣਾ ਸੀ। ਪਰ ਪਿਆਰਿਓ, ਮਸੀਹ ਦੇ ਪੈਦਾ ਹੋਣ ਦਾ ਮਕਸਦ ਸਿਰਫ ਲੋਕਾਂ ਤੋਂ ਆਦਰ ਜਾਂ ਤੋਹਫੇ ਪ੍ਰਾਪਤ ਕਰਨਾ ਨਹੀਂ ਸੀ। ਪੌਲਸ ਫਿਲਿੱਪੀਆਂ ਦੀ ਕਿਤਾਬ 2 ਅਧਿਆਇ ਉਸਦੀ 6 ਤੋਂ 7 ਆਇਤ ਦੇ ਵਿੱਚ ਇਸ ਤਰ੍ਹਾਂ ਆਖਦਾ ਹੈ, ਮਸੀਹ ਨੇ ਪਰਮੇਸ਼ਵਰ ਦੇ ਸਵਰੂਪ ਵਿੱਚ ਹੋ ਕੇ ਪਰਮੇਸ਼ਵਰ ਦੇ ਤੁਲ ਹੋਣਾ ਕਬਜ਼ੇ ਰੱਖਣ ਦੀ ਚੀਜ਼ ਨਾ ਜਾਣਿਆ, ਸਗੋਂ ਉਸ ਨੇ ਆਪਣੇ ਆਪ ਨੂੰ ਸਖਣਾ ਕਰਕੇ ਦਾਸ ਦਾ ਰੂਪ ਧਾਰਿਆ ਅਤੇ ਮਨੁੱਖਾਂ ਦੀ ਸੂਰਤ ਵਿੱਚ ਜੰਮਿਆ ਅਤੇ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋ ਕੇ ਆਪਣੇ ਆਪ ਨੂੰ ਨੀਵਾਂ ਕੀਤਾ ਅਤੇ ਮੌਤ ਤਾਈਂ ਆਗਿਆਕਾਰੀ ਬਣਿਆ। ਦੋਸਤੋ, ਯਿਸੂ ਧਰਤੀ ਤੇ ਪਰਮੇਸ਼ਵਰ ਦੁਆਰਾ ਇੱਕ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਿਆ ਗਿਆ ਸੀ। ਉਸ ਦਾ ਮਿਸ਼ਨ ਸਪਸ਼ਟ ਰੂਪ ਵਿੱਚ ਪਵਿੱਤਰ ਸ਼ਾਸਤਰ ਦੀਆਂ ਲਿਖਤਾਂ ਵਿੱਚ ਪ੍ਰਗਟ ਹੈ। ਯਸ਼ਾਇਆ ਆਖਦਾ ਹੈ ਕਿ ਸਾਡੇ ਲਈ ਇੱਕ ਪੁੱਤਰ ਜੰਮਿਆ, ਜਿਹੜਾ ਪਰਮੇਸ਼ਵਰ ਦਾ ਪੁੱਤਰ ਯਿਸੂ ਮਸੀਹ ਹੈ। ਪਰ ਪੌਲਸ ਰੋਮੀਆਂ 8 ਅਧਿਆਇ ਉਸਦੀ 19 ਆਇਤ ਵਿੱਚ ਆਖਦਾ ਹੈ, ਸ੍ਰਿਸ਼ਟੀ ਵੱਡੀ ਚਾਹ ਨਾਲ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਇੱਕ ਪਰਮੇਸ਼ਵਰ ਦਾ ਪੁੱਤਰ ਪੈਦਾ ਹੋਇਆ, ਪਰ ਸ੍ਰਿਸ਼ਟੀ ਤਾਂ ਵੱਡੀ ਚਾਹ ਨਾਲ ਬਹੁਤਿਆਂ ਦੇ ਪ੍ਰਕਾਸ਼ ਹੋਣ ਨੂੰ ਉਡੀਕਦੀ ਹੈ। ਦੋਸਤੋ, ਇਹ ਸਮਝਣ ਲਈ ਕਿ ਕਿਉਂ ਸ੍ਰਿਸ਼ਟੀ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਦੀ ਉਡੀਕ ਕਰਦੀ ਹੈ, ਸਾਨੂੰ ਆਰੰਭ ਦੀ ਪੁਸਤਕ ਵਿੱਚ ਜਾਣ ਦੀ ਲੋੜ ਹੈ। ਜੋ ਕੁਝ ਵੀ ਅਸੀਂ ਧਰਤੀ ਤੇ ਵੇਖਦੇ ਹਾਂ, ਪਰਮੇਸ਼ਵਰ ਨੇ 6 ਦਿਨਾਂ ਵਿੱਚ ਬਣਾਇਆ, ਜਿਸ ਵਿੱਚ ਆਦਮ ਅਤੇ ਹਵਾ ਵੀ ਸ਼ਾਮਿਲ ਸੀ। ਪਹਿਲਾ ਆਦਮ ਪਰਮੇਸ਼ਵਰ ਦੇ ਸਵਰੂਪ ਵਿੱਚ ਅਤੇ ਸਮਾਨਤਾ ਵਿੱਚ ਬਣਾਇਆ ਗਿਆ ਸੀ। ਧਰਤੀ ਤੇ ਸਭ ਕੁਝ ਪਰਮੇਸ਼ਵਰ ਨੇ ਇੱਕ ਮਕਸਦ ਨਾਲ ਉਤਪੰਨ ਕੀਤਾ। ਆਦਮ ਅਤੇ ਹਵਾ ਨੂੰ ਉਤਪੰਨ ਕਰਨ ਤੋਂ ਬਾਅਦ ਪਰਮੇਸ਼ਵਰ ਨੇ ਉਤਪਤ 1 ਅਧਿਆਇ ਉਸਦੀ 26 ਆਇਤ ਵਿੱਚ ਆਖਿਆ, ਉਸ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਧਰਤੀ ਦੇ ਸਾਰੇ ਕਿਸਰਨ ਵਾਲਿਆਂ ਉੱਤੇ ਰਾਜ ਕਰਨ। ਇੱਕ ਸ਼ਬਦ ਵਿੱਚ ਆਖੀਏ ਤਾਂ ਉਹਨਾਂ ਸ੍ਰਿਸ਼ਟੀ ਉੱਤੇ ਅਧਿਕਾਰ ਕਰਨਾ ਸੀ। ਤਦ ਪਰਮੇਸ਼ਵਰ ਤੋਂ ਉਹਨਾਂ ਨੂੰ ਅਸੀਸ ਮਿਲੀ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ 28 ਆਇਤ ਵਿੱਚ ਆਖਿਆ, ਫਲੋ ਅਰ ਵਧੋ ਅਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰੋ। ਪਿਆਰਿਓ, ਪਹਿਲਾ ਆਦਮ ਅਤੇ ਹਵਾ ਪਰਮੇਸ਼ਵਰ ਦੇ ਸਵਰੂਪ ਵਿੱਚ ਬਣਾਏ ਗਏ ਸਨ। ਉਹ ਪਰਮੇਸ਼ਵਰ ਵਰਗੇ ਸਨ। ਫਿਰ ਉਹਨਾਂ ਨੂੰ ਫਲਦਾਇਕ ਹੋਣ ਅਤੇ ਸ੍ਰਿਸ਼ਟੀ ਨੂੰ ਆਪਣੇ ਵਸ ਵਿੱਚ ਕਰਨ ਦਾ ਹੁਕਮ ਦਿੱਤਾ ਗਿਆ ਸੀ। ਪਰ ਆਦਮ ਅਤੇ ਹਵਾ ਨੇ ਪਾਪ ਕਰ ਦਿੱਤਾ। ਉਹਨਾਂ ਪਰਮੇਸ਼ਵਰ ਦੇ ਸਵਰੂਪ ਅਤੇ ਸਮਾਨਤਾ ਨੂੰ ਗਵਾ ਲਿਆ। ਹੁਣ ਸ੍ਰਿਸ਼ਟੀ ਅਜਿਹੇ ਲੋਕਾਂ ਨਾਲ ਭਰ ਗਈ ਸੀ ਜਿਹੜੇ ਪਰਮੇਸ਼ਵਰ ਵਰਗੇ ਨਹੀਂ ਸਨ, ਜਾਂ ਦੂਜੇ ਸ਼ਬਦਾਂ ਵਿੱਚ ਉਹਨਾਂ ਪਰਮੇਸ਼ਵਰ ਦੇ ਸਵਰੂਪ ਅਤੇ ਸਮਾਨਤਾ ਨੂੰ ਗਵਾ ਲਿਆ ਸੀ। ਫਲੋ ਅਰ ਵਧੋ ਦਾ ਹੁਕਮ ਉਹਨਾਂ ਦੇ ਪਾਪ ਵਿੱਚ ਡਿੱਗਣ ਤੋਂ ਪਹਿਲਾਂ ਦਿੱਤਾ ਗਿਆ ਸੀ, ਪਰ ਵਾਧਾ ਉਹਨਾਂ ਦੇ ਪਾਪ ਕਰਨ ਤੋਂ ਬਾਅਦ ਹੋਇਆ। ਪਹਿਲਾ ਆਦਮ ਧਰਤੀ ਨੂੰ ਪਰਮੇਸ਼ਵਰ ਦੇ ਸਵਰੂਪ ਅਤੇ ਸਮਾਨਤਾ ਵਿੱਚ ਉਤਪੰਨ ਹੋਏ ਲੋਕਾਂ ਨਾਲ ਭਰਨ ਵਿੱਚ ਅਸਫਲ ਹੋ ਗਿਆ। ਨਵਾਂ ਨੇਮ ਪਰਮੇਸ਼ਵਰ ਦੇ ਪੁੱਤਰ ਦੇ ਜਨਮ ਨਾਲ ਆਰੰਭ ਹੁੰਦਾ ਹੈ। ਪੌਲਸ ਪਹਿਲਾ ਕੁਰਿੰਥੀਆਂ 15 ਅਧਿਆਇ ਉਸਦੀ 45 ਵਿੱਚ ਉਸ ਨੂੰ ਆਖਰੀ ਆਦਮ ਆਖਦਾ ਹੈ। ਇੱਕ ਨਵਾਂ ਆਦਮ ਧਰਤੀ ਤੇ ਉਤਪੰਨ ਹੋਇਆ, ਜਿਸ ਦਾ ਨਾਮ ਯਿਸੂ ਰੱਖਿਆ ਗਿਆ। ਯਿਸੂ ਪਰਮੇਸ਼ਵਰ ਦਾ ਪੁੱਤਰ ਧਰਤੀ ਤੇ ਸੀ। ਸ੍ਰਿਸ਼ਟੀ ਉਸ ਦੇ ਅਧੀਨ ਸੀ। ਉਸ ਨੇ ਧਰਤੀ ਤੇ ਸਵਰਗ ਦੇ ਪਰਮੇਸ਼ਵਰ ਨੂੰ ਪ੍ਰਗਟ ਕੀਤਾ। ਯਹੂਨਾ 10 ਅਧਿਆਇ ਉਸਦੀ 38 ਆਇਤ ਵਿੱਚ ਉਸਨੇ ਆਖਿਆ ਕਿ ਪਿਤਾ ਮੇਰੇ ਵਿੱਚ ਅਤੇ ਮੈਂ ਪਿਤਾ ਦੇ ਵਿੱਚ ਹਾਂ। ਉਹ ਪਰਮੇਸ਼ਵਰ ਦੇ ਸਵਰੂਪ ਵਿੱਚ ਅਤੇ ਸਮਾਨਤਾ ਵਿੱਚ ਇਸ ਧਰਤੀ ਤੇ ਆਇਆ ਸੀ, ਤਾਂ ਜੋ ਉਹ ਧਰਤੀ ਤੇ ਉਸ ਵਰਗੇ ਲੋਕਾਂ ਨੂੰ ਉਤਪੰਨ ਕਰ ਸਕੇ। ਉਹ ਇੱਥੇ ਪਰਮੇਸ਼ਵਰ ਦੇ ਉਸ ਹੁਕਮ ਨੂੰ ਪੂਰਾ ਕਰਨ ਲਈ ਸੀ, ਜਿਸ ਵਿੱਚ ਪਹਿਲਾ ਆਦਮ ਅਸਫਲ ਹੋ ਗਿਆ ਸੀ, ਜੋ ਕਿ ਧਰਤੀ ਨੂੰ ਅਜਿਹੇ ਲੋਕਾਂ ਨਾਲ ਭਰਨਾ ਸੀ ਜਿਹੜੇ ਪਰਮੇਸ਼ਵਰ ਵਰਗੇ ਹੋਣ ਅਤੇ ਪਰਮੇਸ਼ਵਰ ਵਰਗੇ ਕੰਮ ਕਰਨ। ਪਿਆਰਿਓ, ਸਾਨੂੰ ਸਮਝਣਾ ਹੈ ਕਿ ਇੱਕ ਪਰਮੇਸ਼ਵਰ ਦਾ ਪੁੱਤਰ ਪੈਦਾ ਹੋਇਆ ਸੀ ਤਾਂ ਜੋ ਕਈ ਪਰਮੇਸ਼ਵਰ ਦੇ ਪੁੱਤਰ ਪ੍ਰਗਟ ਹੋਣ। ਜੇਕਰ ਅਸੀਂ ਗਲਾਤੀਆਂ 4 ਅਧਿਆਇ ਉਸਦੀ 4 ਆਇਤ ਨੂੰ ਪੜ੍ਹੀਏ ਤਾਂ ਇਹ ਦੱਸਦੀ ਹੈ ਕਿ ਪਰਚਾ ਸਮਾਂ ਪੂਰਾ ਹੋਇਆ ਤਾਂ ਪਰਮੇਸ਼ਵਰ ਨੇ ਆਪਣੇ ਪੁੱਤਰ ਨੂੰ ਘੱਲਿਆ, ਜਿਹੜਾ ਤੀਵੀਂ ਤੋਂ ਜੰਮਿਆ ਅਤੇ ਸ਼ਰ੍ਹਾ ਦੇ ਮਤਹਿਤ ਜੰਮਿਆ, ਇਸ ਲਈ ਜੋ ਮੁੱਲ ਦੇ ਕੇ ਉਹਨਾਂ ਨੂੰ ਛਡਾਵੇ, ਭਈ ਲਿਪਾਲਕ ਪੁੱਤਰ ਹੋਣ ਦੀ ਪਦਵੀ ਸਾਨੂੰ ਪ੍ਰਾਪਤ ਹੋਵੇ। ਯਹੂਨਾ ਦੀ ਅੰਜੀਲ 1 ਅਧਿਆਇ ਉਸਦੀ 12 ਆਇਤ ਸਾਨੂੰ ਦੱਸਦੀ ਹੈ, ਪਰ ਜਿਨ੍ਹਾਂ ਨੇ ਉਸ ਨੂੰ ਕਬੂਲ ਕੀਤਾ, ਉਸ ਨੇ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਦਿੱਤਾ, ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਤੇ ਨੇਚਾ ਕੀਤੀ। ਮਸੀਹ ਇਸ ਲਈ ਪੈਦਾ ਹੋਇਆ ਤਾਂ ਜੋ ਕੋਈ ਵੀ ਜੋ ਉਸ ਨੂੰ ਸਵੀਕਾਰ ਕਰੇ, ਉਹ ਧਰਤੀ ਤੇ ਪਰਮੇਸ਼ਵਰ ਦੇ ਪੁੱਤਰ ਵਾਂਗ ਚੱਲ ਸਕੇ। ਯਿਸੂ ਨੇ ਆਪਣੀ ਮੌਤ ਅਤੇ ਜੀ ਉੱਠਣ ਰਾਹੀਂ ਮਨੁੱਖ ਜਾਤੀ ਲਈ ਉਹ ਅਧਿਕਾਰ ਵਾਪਸ ਪ੍ਰਾਪਤ ਕਰ ਲਿਆ ਜੋ ਆਦਮ ਨੇ ਗਵਾਇਆ ਸੀ। ਹੁਣ ਆਦਮ ਵਿੱਚ ਫਿਰ ਤੋਂ ਪਰਮੇਸ਼ਵਰ ਦਾ ਸਵਰੂਪ ਬਹਾਲ ਹੋ ਗਿਆ ਸੀ। ਨਵਾਂ ਆਦਮ ਫਿਰ ਤੋਂ ਧਰਤੀ ਨੂੰ ਆਪਣੇ ਵਰਗੇ ਲੋਕਾਂ ਨਾਲ ਭਰਨ ਲਈ ਆ ਗਿਆ ਸੀ।
ਹੁਣ ਯਹੂਨਾ 1:12 ਅਨੁਸਾਰ ਜਿਨੇ ਵੀ ਉਸ ਨੂੰ ਆਪਣਾ ਮੁਕਤੀਦਾਤਾ ਕਰਕੇ ਕਬੂਲ ਕਰਦੇ ਹਨ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਦਾ ਹੱਕ ਮਿਲ ਜਾਂਦਾ ਹੈ। ਪਿਆਰਿਓ, ਜਦੋਂ ਅਸੀਂ ਉਸ ਨੂੰ ਕਬੂਲ ਕਰਦੇ ਹਾਂ ਉਸ ਦਾ ਆਤਮਾ ਸਾਡੇ ਅੰਦਰ ਆਉਂਦਾ ਅਤੇ ਸਾਡੇ ਅੰਦਰ ਵਸਦਾ ਹੈ। ਰੋਮੀਆਂ 8 ਅਧਿਆਇ ਉਸਦੀ 14 ਆਇਤ ਆਖਦੀ ਹੈ, ਜਿਨੇ ਪਰਮੇਸ਼ਵਰ ਦੇ ਆਤਮਾ ਦੀ ਅਗਵਾਈ ਨਾਲ ਚੱਲਦੇ ਹਨ ਉਹ ਪਰਮੇਸ਼ਵਰ ਦੇ ਪੁੱਤਰ ਹਨ। ਯਿਸੂ ਨੇ ਧਰਤੀ ਉੱਤੇ ਆਪਣੇ ਮਿਸ਼ਨ ਦੀ ਘੋਸ਼ਣਾ ਲੂਕਾ 4 ਅਧਿਆਇ ਉਸਦੀ 18 ਔਰ 19 ਆਇਤ ਵਿੱਚ ਕੀਤੀ ਸੀ। ਉਸਨੇ ਆਖਿਆ, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਸਨੇ ਮੈਨੂੰ ਮਸਾ ਕੀਤਾ ਭਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਮੈਨੂੰ ਕੱਲਿਆ ਹੈ ਕਿ ਬਦੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ ਅਤੇ ਪ੍ਰਭੂ ਦੀ ਮਨਜ਼ੂਰੀ ਦੇ ਵਰ੍ਹੇ ਦਾ ਪ੍ਰਚਾਰ ਕਰਾਂ। ਦੋਸਤੋ, ਸਾਨੂੰ ਇਹ ਸਮਝਣ ਦੀ ਲੋੜ ਹੈ, ਪ੍ਰਭੂ ਯਿਸੂ ਇੱਥੇ ਇਹ ਸਭ ਇਕੱਲਾ ਹੀ ਕਰਨ ਅਤੇ ਆਪਣਾ ਜੀਵਨ ਬਿਤਾਉਣ ਦੇ ਲਈ ਨਹੀਂ ਆਇਆ ਸੀ। ਉਸਨੇ ਉਹੀ ਆਤਮਾ ਜਿਸ ਨੇ ਉਸ ਨੂੰ ਅਜਿਹਾ ਕਰਨ ਦੀ ਸ਼ਕਤੀ ਦਿੱਤੀ ਸਾਡੇ ਲਈ ਵੀ ਭੇਜਣ ਦਾ ਵਾਅਦਾ ਕੀਤਾ ਸੀ। ਧਰਤੀ ਤੇ ਰਹਿੰਦੇ ਸਮੇਂ ਯਿਸੂ ਦੇ ਬਹੁਤ ਸਾਰੇ ਚੇਲੇ ਸਨ। ਉਹਨਾਂ ਵਿੱਚੋਂ 12 ਸਦਾ ਯਿਸੂ ਦੇ ਨਾਲ ਰਹਿਣ ਲਈ ਸੱਦੇ ਗਏ ਸਨ। ਯਿਸੂ ਨੇ ਯਹੂਨਾ 14:12 ਵਿੱਚ ਆਖਿਆ, ਜੋ ਮੇਰੇ ਉੱਤੇ ਨੇਚਾ ਕਰਦਾ ਹੈ ਇਹ ਕੰਮ ਜੋ ਮੈਂ ਕਰਦਾ ਹਾਂ ਉਹ ਵੀ ਕਰੇਗਾ। ਚੇਲਿਆਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ, ਉਹ ਉਸ ਦੇ ਪਿੱਛੇ ਚੱਲੇ। ਸਵਰਗ ਜਾਣ ਤੋਂ ਪਹਿਲਾਂ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, ਆਕਾਸ਼ ਅਤੇ ਧਰਤੀ ਦਾ ਸਾਰਾ ਇਖਤਿਆਰ ਮੈਨੂੰ ਦਿੱਤਾ ਗਿਆ ਹੈ, ਇਸ ਲਈ ਤੁਸੀਂ ਜਾ ਕੇ ਸਾਰੀਆਂ ਕੌਮਾਂ ਨੂੰ ਚੇਲੇ ਬਣਾਓ ਅਤੇ ਉਹਨਾਂ ਨੂੰ ਪਿਤਾ ਅਤੇ ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਓ। ਪਿਆਰਿਓ, ਰਸੂਲਾਂ ਦੇ ਕਰਤੱਵ ਕਿਤਾਬ ਦੱਸਦੀ ਹੈ ਕਿ ਚੇਲਿਆਂ ਨੇ ਉਹ ਸਭ ਕੀਤਾ ਜੋ ਯਿਸੂ ਨੇ ਕੀਤਾ ਸੀ। ਉਹਨਾਂ ਨੇ ਧਰਤੀ ਉੱਤੇ ਯਿਸੂ ਨੂੰ ਪ੍ਰਗਟ ਕੀਤਾ। ਰਸੂਲਾਂ ਦੇ ਕਰਤੱਵ 11 ਅਧਿਆਇ ਉਸਦੀ 26 ਆਇਤ ਆਖਦੀ ਹੈ ਕਿ ਚੇਲੇ ਪਹਿਲਾਂ ਅੰਤਾਕੀਆ ਵਿੱਚ ਮਸੀਹੀ ਅਖਵਾਏ। ਸ਼ਬਦ ਮਸੀਹੀ ਅਰਥ ਰੱਖਦਾ ਹੈ ਕਿ ਉਹ ਮਸੀਹ ਵਰਗੇ ਅਖਵਾਏ ਸਨ। ਦੂਜੇ ਸ਼ਬਦਾਂ ਵਿੱਚ ਉਹ ਯਿਸੂ ਵਰਗੇ ਅਖਵਾਏ ਜਿਹੜਾ ਪਰਮੇਸ਼ਵਰ ਦਾ ਪੁੱਤਰ ਸੀ। ਅਸੀਂ ਇਹ ਵੀ ਆਖ ਸਕਦੇ ਹਾਂ ਕਿ ਉਹ ਪਰਮੇਸ਼ਵਰ ਦੇ ਪੁੱਤਰ ਅਖਵਾਏ ਸਨ। ਪਰਮੇਸ਼ਵਰ ਦੇ ਪੁੱਤਰ ਧਰਤੀ ਤੇ ਪ੍ਰਗਟ ਕੀਤੇ ਗਏ ਸਨ। ਚੇਲੇ ਧਰਤੀ ਤੇ ਵਧ ਰਹੇ ਸਨ। ਪਰਮੇਸ਼ਵਰ ਉਹਨਾਂ ਵਿੱਚ ਰੋਜ਼ਾਨਾ ਹੋਰਨਾਂ ਨੂੰ ਰਲਾਉਂਦਾ ਜਾ ਰਿਹਾ ਸੀ। ਦੋਸਤੋ, ਯਿਸੂ ਧਰਤੀ ਤੇ ਆਇਆ ਤਾਂ ਜੋ ਬਹੁਤ ਸਾਰੇ ਧਰਤੀ ਤੇ ਉਸ ਵਰਗੇ ਖੜੇ ਹੋ ਸਕਣ, ਜਿਹੜੇ ਉਸ ਵਾਂਗ ਚੱਲ ਸਕਣ ਜਿਵੇਂ ਕਿ ਉਹ ਚੱਲਿਆ। ਉਸੇ ਤਰ੍ਹਾਂ ਹੀ ਪਿਆਰ ਕਰ ਸਕਣ ਜਿਵੇਂ ਉਸ ਨੇ ਕੀਤਾ ਸੀ। ਉਸੇ ਤਰ੍ਹਾਂ ਹੀ ਚੰਗਿਆ ਕਰ ਸਕਣ ਜਿਵੇਂ ਉਸ ਨੇ ਕੀਤਾ। ਉਸੇ ਤਰ੍ਹਾਂ ਤਰਸ ਕਰ ਸਕਣ ਜਿਵੇਂ ਉਸ ਨੇ ਕੀਤਾ ਸੀ। ਉਸੇ ਤਰ੍ਹਾਂ ਮਾਫ ਕਰ ਸਕਣ ਜਿਵੇਂ ਉਸ ਨੇ ਕੀਤਾ। ਉਸੇ ਤਰ੍ਹਾਂ ਸ੍ਰਿਸ਼ਟੀ ਨੂੰ ਹੁਕਮ ਦੇ ਸਕਣ ਜਿਵੇਂ ਉਸ ਨੇ ਦਿੱਤਾ ਸੀ। ਸ੍ਰਿਸ਼ਟੀ ਪਰਮੇਸ਼ਵਰ ਦੇ ਪੁੱਤਰਾਂ ਦੇ ਪ੍ਰਕਾਸ਼ ਹੋਣ ਨੂੰ ਉਡੀਕ ਰਹੀ ਹੈ, ਜਿਹੜੇ ਆਪਣੇ ਵਿੱਚੋਂ ਪਰਮੇਸ਼ਵਰ ਦੇ ਸੱਚੇ ਸਵਰੂਪ ਨੂੰ ਵਿਖਾਉਣ। ਧਰਤੀ ਨੂੰ ਪਰਮੇਸ਼ਵਰ ਦੇ ਪੁੱਤਰਾਂ ਨਾਲ ਭਰੇ ਜਾਣ ਦੀ ਲੋੜ ਹੈ। ਕੋਈ ਵੀ ਜੋ ਅੱਜ ਜਿਹੜਾ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਦਾ ਹੈ ਉਹ ਉਹਨਾਂ ਨੂੰ ਪਰਮੇਸ਼ਵਰ ਦੇ ਪੁੱਤਰ ਹੋਣ ਅਤੇ ਉਸ ਰਾਹੀਂ ਧਰਤੀ ਤੇ ਪਰਮੇਸ਼ਵਰ ਦੇ ਸੱਚੇ ਸਵਰੂਪ ਅਤੇ ਸਮਾਨਤਾ ਨੂੰ ਪ੍ਰਗਟ ਹੋਣ ਦੇ ਯੋਗ ਬਣਾਉਂਦਾ ਹੈ। ਦੂਸਰਾ ਕੁਰਿੰਥੀਆਂ 5 ਅਧਿਆਇ ਉਸਦੀ 17 ਆਇਤ ਆਖਦੀ ਹੈ, ਸੋ ਜੋ ਕੋਈ ਮਸੀਹ ਵਿੱਚ ਹੈ ਤਾਂ ਉਹ ਨਵੀਂ ਸ੍ਰਿਸ਼ਟੀ ਹੈ। ਉਹ ਪਰਮੇਸ਼ਵਰ ਦਾ ਇੱਕ ਪੁੱਤਰ ਹੈ, ਭਾਵੇਂ ਕਿ ਉਹ ਨਰ ਹੋਵੇ ਜਾਂ ਨਾਰੀ। ਉਸ ਨੇ ਧਰਤੀ ਤੇ ਪਰਮੇਸ਼ਵਰ ਦੇ ਇੱਕ ਪੁੱਤਰ ਵਜੋਂ ਚੱਲਣਾ ਹੈ। ਗਲਾਤੀਆਂ 3 ਅਧਿਆਇ ਉਸਦੀ 26 ਤੋਂ 28 ਆਇਤ ਆਖਦੀ ਹੈ, ਕਿਉਂ ਜੋ ਮਸੀਹ ਯਿਸੂ ਉੱਤੇ ਨੇਚਾ ਕਰਨ ਕਰਕੇ ਤੁਸੀਂ ਸਭੇ ਪਰਮੇਸ਼ਵਰ ਦੇ ਪੁੱਤਰ ਹੋ। ਕਿਉਂ ਜੋ ਤੁਸੀਂ ਜਿਨ੍ਹਾਂ ਨੇ ਮਸੀਹ ਵਿੱਚ ਬਪਤਿਸਮਾ ਲਿਆ ਮਸੀਹ ਨੂੰ ਪਹਿਨ ਲਿਆ। ਹੁਣ ਨਾ ਯਹੂਦੀ ਨਾ ਯੂਨਾਨੀ, ਨਾ ਗੁਲਾਮ ਨਾ ਆਜ਼ਾਦ, ਨਾ ਨਰ ਨਾ ਨਾਰੀ ਹੋ ਸਕਦਾ ਹੈ, ਕਿਉਂ ਜੋ ਤੁਸੀਂ ਸਭੇ ਮਸੀਹ ਯਿਸੂ ਵਿੱਚ ਇੱਕ ਹੋ। ਪਰਮੇਸ਼ਵਰ ਸਿਰਫ ਹੁਣ ਯਿਸੂ ਦਾ ਪਿਤਾ ਹੀ ਨਹੀਂ ਹੈ, ਉਹ ਸਾਡਾ ਵੀ ਪਿਤਾ ਹੈ ਅਤੇ ਅਸੀਂ ਉਸ ਦੇ ਪੁੱਤਰ ਹਾਂ। ਗਲਾਤੀਆਂ 4 ਅਧਿਆਇ ਉਸਦੀ 6 ਆਇਤ ਆਖਦੀ ਹੈ, ਪਰਮੇਸ਼ਵਰ ਨੇ ਆਪਣੇ ਪੁੱਤਰ ਦੇ ਆਤਮਾ ਨੂੰ ਸਾਡੇ ਦਿਲ ਵਿੱਚ ਘੱਲ ਦਿੱਤਾ, ਜਿਹੜਾ ਅੱਬਾ ਅਰਥਾਤ ਇਹ ਪਿਤਾ ਪੁਕਾਰਦਾ ਹੈ। ਪਿਆਰਿਓ, ਅਸੀਂ ਆਪਣੇ ਆਲੇ ਦੁਆਲੇ ਵੇਖਦੇ ਹਾਂ ਕਿ ਸ੍ਰਿਸ਼ਟੀ ਬੁਰੇ ਲੋਕਾਂ ਦੇ ਹੱਥੋਂ ਦੁੱਖ ਚੱਲ ਰਹੀ ਹੈ, ਜਿਹੜੇ ਇਸ ਨੂੰ ਆਪਣੀਆਂ ਸਵਾਰਥੀ ਦਿਲਚਸਪੀਆਂ ਅਨੁਸਾਰ ਬਦਲਣਾ ਚਾਹੁੰਦੇ ਹਨ। ਪਰਮੇਸ਼ਵਰ ਦੀ ਸ੍ਰਿਸ਼ਟੀ ਨੂੰ ਪਰਮੇਸ਼ਵਰ ਦੇ ਸਵਰੂਪ ਅਤੇ ਸਮਾਨਤਾ ਵਿੱਚ ਬਣੇ ਹੋਏ ਲੋਕਾਂ ਦੀ ਲੋੜ ਹੈ। ਆਓ ਅਸੀਂ ਇਸ ਧਰਤੀ ਤੇ ਆਪਣੇ ਵਿੱਚੋਂ ਉਸ ਦੇ ਸਵਰੂਪ ਨੂੰ ਪ੍ਰਗਟ ਕਰੀਏ। ਦੋਸਤੋ, ਮੇਰੀ ਇਹ ਪ੍ਰਾਰਥਨਾ ਹੈ ਕਿ ਪਰਮੇਸ਼ਵਰ ਤੁਹਾਡੇ ਰਾਹੀਂ ਧਰਤੀ ਤੇ ਖੁਦ ਨੂੰ ਪ੍ਰਗਟ ਕਰਨ ਲਈ ਤੁਹਾਨੂੰ ਇਸਤੇਮਾਲ ਕਰੇ। ਆਓ ਅਸੀਂ ਪਰਮੇਸ਼ਵਰ ਦੇ ਪੁੱਤਰ ਬਣੀਏ ਅਤੇ ਆਓ ਅਸੀਂ ਫਲਦਾਇਕ ਹੋਈਏ ਅਤੇ ਧਰਤੀ ਨੂੰ ਪਰਮੇਸ਼ਵਰ ਦੇ ਪੁੱਤਰਾਂ ਨਾਲ ਭਰ ਦਈਏ। ਪਰਮੇਸ਼ਵਰ ਤੁਹਾਨੂੰ ਬਰਕਤ ਦੇਵੇ।